Hello everyone, welcome you all in your own channel Learn Everything. So ਆਪਾਂ ਕਰ ਰਹੇ ਸੀ ਲਕਸ਼ਮੀਕਾਂਤ ਦੀ ਬੁੱਕ ਫॉर द ਪੋਲਿਟੀ ਜਿਹੜੀ ਹਰ ਤਰ੍ਹਾਂ ਦੇ ਕੰਪੀਟੀਟਿਵ ਐਗਜ਼ਾਮ ਲਈ ਬਹੁਤ ਇੰਪੋਰਟੈਂਟ ਆ। ਆਪਾਂ ਪ੍ਰੀਵੀਅਸ ਵੀਡੀਓ ਦੇ ਵਿੱਚ ਆਲਰੇਡੀ ਇਹ ਸਟੱਡੀ ਕਰ ਚੁੱਕੇ ਸੀਗੇ ਕਿ ਕਿੱਦਾਂ ਡਿਸਕੁਆਲੀਫਾਈ ਕਿੱਦਾਂ ਕਰਦੇ ਆ ਮੈਂਬਰ ਆਫ ਕੋਈ ਪਾਰਲੀਮੈਂਟ, ਕਿਸ ਬੇਸਿਸ ਤੇ ਉਹ ਡਿਸਕੁਆਲੀਫਾਈ ਹੁੰਦਾ। ਹੁਣ ਆਪਾਂ ਦੇਖਾਂਗੇ ਕਿ ਸੀਟਸ ਕਿੱਦਾਂ ਵੀਕੈਂਟ ਹੁੰਦੀਆਂ, ਲਾਈਕ ਕੋਈ ਸੀਟ ਖਾਲੀ ਹੁੰਦੀ ਆ ਉਹ ਕਿੱਦਾਂ ਹੁੰਦੀ ਹੈ। ਠੀਕ ਹੈ, ਉਹਦੇ ਵਿੱਚ ਸਾਡੇ ਸੰਵਿਧਾਨ ਦੇ ਵਿੱਚ, ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਕੀ ਦੱਸਿਆ ਗਿਆ ਉਹਦੇ ਬਾਰੇ ਆਪਾਂ ਉਹ ਸਟੱਡੀ ਕਰਾਂਗੇ। ਠੀਕ ਹੈ, ਬਾਕੀ ਮੈਂ ਤੁਹਾਨੂੰ ਇਹ ਦੱਸ ਚੁੱਕੀ ਹਾਂ ਕਿ ਬੁੱਕ ਹਰ ਤਰ੍ਹਾਂ ਦੇ ਕੰਪੀਟੀਟਿਵ ਐਗਜ਼ਾਮ ਲਈ ਇੰਪੋਰਟੈਂਟ ਆ। ਉਹਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਦੇਖਣ ਨੂੰ ਮਿਲਦੇ ਆ। ਸੋ ਅੱਜ ਦਾ ਟੌਪਿਕ ਸਟਾਰਟ ਕਰਦੇ ਹਾਂ, ਵਿਕਟਿੰਗ ਆਫ ਸੀਟ। ਠੀਕ ਹੈ, ਫਸਟ ਹੈਗਾ ਡਬਲ ਮੈਂਬਰਸ਼ਿਪ। ਅ ਪਰਸਨ ਕੈਨ ਨਾਟ ਬੀ ਮੈਂਬਰ ਆਫ ਬੋਥ ਹਾਊਸ ਆਫ ਪਾਰਲੀਮੈਂਟ ਐਟ ਦ ਸੇਮ ਟਾਈਮ। ਇੱਕ ਪਰਸਨ ਕਦੀ ਵੀ ਇੱਕੋ ਟਾਈਮ 'ਤੇ ਦੋਨੇ ਹਾਊਸਿਸ ਦਾ ਮੈਂਬਰ ਨਹੀਂ ਹੋ ਸਕਦਾ। ਅ ਪਰਸਨ ਕੈਨ ਨਾਟ ਬੀ ਮੈਂਬਰ ਆਫ ਬੋਥ ਹਾਊਸ, ਦੋਨੇ ਹਾਊਸਿਸ ਦਾ ਮੈਂਬਰ ਜਿਹੜਾ ਉਹ ਨਹੀਂ ਹੋ ਸਕਦਾ ਪਾਰਲੀਮੈਂਟ ਦੇ ਵਿੱਚ ਐਟ ਸੇਮ ਟਾਈਮ, ਇੱਕੋ ਟਾਈਮ 'ਤੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਬੰਦਾ ਇਸ ਟਾਈਮ ਲੋਕ ਸਭਾ ਦਾ ਵੀ ਮੈਂਬਰ ਹੈਗਾ, ਰਾਜ ਸਭਾ ਦਾ ਮੈਂਬਰ ਹੈਗਾ। ਇਸੇ ਲਈ ਰੀਪ੍ਰਜੈਂਟੇਸ਼ਨ ਆਫ ਪੀਪਲ ਐਕਟ 1951 ਨੇ ਪ੍ਰੋਵਾਈਡ ਕੀਤੀਆਂ ਫੋਲੋਇੰਗ ਕੁਛ ਗਾਈਡਲਾਈਨਸ ਦਿੱਤੀਆਂ। ਪਹਿਲੀ ਗੱਲ, ਇਫ ਅ ਪਰਸਨ ਇਲੈਕਟਡ ਟੂ ਬੋਥ ਹਾਊਸ ਆਫ ਪਾਰਲੀਮੈਂਟ, ਕਿ ਜੇ ਇੱਕ ਬੰਦਾ ਦੋਨੇ ਹਾਊਸ ਲਈ ਮੰਨ ਲਓ ਇਲੈਕਟ ਹੋ ਗਿਆ, ਹੀ ਮਸਟ ਇੰਟੀਮੇਟ ਵਿਦਿਨ 10 days ਇਨ ਵਿਚ ਹਾਊਸ ਹੀ ਡਿਜ਼ਾਇਰ ਟੂ ਸਰਵ। ਉਹਨੂੰ 10 ਦਿਨ 'ਚ ਦੱਸਣਾ ਪੈਣਾ ਕਿ ਮੈਂ ਕਿਹੜੇ ਹਾਊਸ 'ਚ ਰਹਿਣਾ। ਲਾਈਕ ਇੱਕ ਕੋਈ ਬੰਦਾ ਹੈ, ਠੀਕ ਹੈ, ਦਿਸ ਇਜ਼ ਅ ਰਾਮ, ਲੈਟਸ ਸੇ ਇਹ ਲੋਕ ਸਭਾ ਲਈ ਵੀ ਹੈ ਅਤੇ ਰਾਜ ਸਭਾ ਲਈ ਵੀ ਹੈ। ਇਹਨੂੰ 10 ਦਿਨ ਦੇ ਅੰਦਰ ਦੱਸਣਾ ਪੈਣਾ ਕਿ ਮੈਂ ਕਿਹੜੇ ਹਾਊਸ 'ਚ ਜਾਣਾ, ਰਾਜ ਸਭਾ ਜਾਂ ਲੋਕ ਸਭਾ, ਇਫ ਜੇ ਉਹ ਇਲੈਕਟਡ ਹੋ ਗਿਆ ਦੋਨਾਂ ਪਾਸੇ ਫਿਰ। ਠੀਕ ਹੈ, ਇਨ ਡਿਫਾਲਟ ਇਨ ਸਚ ਇੰਟੀਮੇਸ਼ਨ ਹਿਜ਼ ਸੀਟ ਇਨ ਰਾਜ ਸਭਾ ਵਿਕਮ, ਜੇ ਉਹ ਡਿਫਾਲਟ ਨਹੀਂ ਦੱਸ ਪਾਉਂਦਾ ਤੇ ਉਹਦੀ ਰਾਜ ਸਭਾ ਦੀ ਸੀਟ ਜਿਹੜੀ ਆ ਉਹ ਕੀ ਹੋ ਜਾਏਗੀ, ਵੇਕੈਂਟ ਹੋਏਗੀ। ਕਲੀਅਰ। ਨੈਕਸਟ ਹੈਗਾ, ਇਫ a sitting member of one house is also elected to the other house, his seat in the first house become vacant। ਦੇਖੋ ਸਿਟਿੰਗ ਮੈਂਬਰ ਜਿਹੜਾ ਆਲਰੇਡੀ ਮੰਨ ਲਓ ਲੈਟਸ ਸੇ ਕੋਈ ਮੈਂਬਰ ਆਲਰੇਡੀ ਲੋਕ ਸਭਾ ਦੇ ਵਿੱਚ ਸੀਗਾ, ਹੈ ਨਾ, ਉਹ ਰਾਜ ਸਭਾ ਲਈ ਵੀ ਇਲੈਕਟ ਹੋ ਗਿਆ ਬਾਅਦ 'ਚ, ਮਤਲਬ ਉਹ ਕੀ ਹੋ ਗਿਆ, ਰਾਜ ਸਭਾ ਲਈ ਵੀ ਉਹਦੇ ਵਿੱਚ ਇਲੈਕਸ਼ਨ ਦੇ ਵਿੱਚ ਉਹਨੇ ਆਪਣਾ ਨਾਮ ਨੋਮੀਨੇਟ ਕਰਾਇਆ, ਉਹਦੇ ਵਿੱਚ ਉਹ ਇਲੈਕਟ ਹੋ ਗਿਆ। ਠੀਕ ਹੈ, ਸੋ ਇੱਕ ਬੰਦਾ ਆਲਰੇਡੀ ਲੋਕ ਸਭਾ 'ਚ ਸੀ, ਉਹ ਰਾਜ ਸਭਾ 'ਚ ਇਲੈਕਟ ਹੋ ਗਿਆ, ਅਤੇ ਹੁਣ ਕੀ ਹੋਏਗਾ, ਉਹਦੀ ਲੋਕ ਸਭਾ ਦੀ ਸੀਟ ਕੀ ਹੋ ਜਾਏਗੀ, ਵੇਕੈਂਟ ਹੋ ਜਾਏਗੀ, ਖਾਲੀ ਹੋ ਜਾਏਗੀ। ਕਿਉਂ ਹੋਏਗੀ? ਕਿਉਂਕਿ ਇਹਦਾ ਮਤਲਬ ਉਹ ਬੰਦਾ ਉੱਥੇ ਇੰਟਰਸਟਡ ਨਹੀਂ ਸੀ, ਇਸ ਲਈ ਤਾਂ ਉਹਨੇ ਰਾਜ ਸਭਾ ਲਈ, ਠੀਕ ਹੈ, ਇਲੈਕਸ਼ਨ ਲੜੇ ਉਹਨੇ। ਠੀਕ ਹੈ ਨਾ, ਦੈਟ ਮੀਨਸ ਕਿ ਉਹਦੀ ਲੋਕ ਸਭਾ ਦੀ ਜਿਹੜੀ ਆ ਸੀਟ ਆ ਉਹ ਵੇਕੈਂਟ ਹੋ ਜਾਏਗੀ। ਕਿ ਜੇ ਇਹੀ ਉਹਨੇ ਦੱਸਿਆ ਕਿ ਸਿਟਿੰਗ ਮੈਂਬਰ ਆਫ ਵਨ ਹਾਊਸ, ਮੈਂ ਹੁਣ ਇਗਜ਼ਾਮਪਲ ਹੀ ਹੋ ਕਿਸੇ ਵੀ ਸਕਦਾ, ਜੇ ਰਾਜ ਸਭਾ 'ਚ ਪਹਿਲਾਂ ਹੀ ਸੀਗਾ, ਠੀਕ ਹੈ, ਉਹ ਲੋਕ ਸਭਾ ਦੇ ਇਲੈਕਸ਼ਨਸ ਲਈ ਖੜਾ ਹੁੰਦਾ ਅਤੇ ਉੱਥੇ ਉਹ ਇਲੈਕਟ ਹੋ ਜਾਂਦਾ। ਠੀਕ ਹੈ, ਅਤੇ ਉਹ ਇੱਥੇ ਜੇ ਇਲੈਕਟ ਹੋ ਗਿਆ, ਦੋਨੇ ਪਾਸੇ ਰਹੇਗਾ, ਉਹਦੀ ਪਿਛਲੀ ਸੀਟ ਵੇਕੈਂਟ ਹੋ ਜਾਏਗੀ, ਕਿਉਂਕਿ ਆਲਰੇਡੀ ਉਹ ਰਾਜ ਸਭਾ ਦਾ ਮੈਂਬਰ ਸੀ ਬਟ ਉੱਥੇ ਇੰਟਰਸਟਡ ਨਹੀਂ ਸੀ, ਇਸ ਲਈ ਤਾਂ ਲੋਕ ਸਭਾ ਦੇ ਲਈ ਉਹਨੇ ਇਲੈਕਸ਼ਨ ਲੜੇ, ਹੈ ਨਾ। ਦੈਟ ਮੀਨਸ ਕਿ ਉਹ ਹੁਣ ਲੋਕ ਸਭਾ ਦਾ ਮੈਂਬਰ ਬਣ ਜਾਏਗਾ, ਰਾਜ ਸਭਾ ਦਾ ਮੈਂਬਰ ਨਹੀਂ ਰਹੇਗਾ। ਸੋ ਇਹਦਾ ਮਤਲਬ ਇਹ ਹੈ ਕਿ ਇੱਕ ਜੇ ਮੈਂਬਰ ਆਲਰੇਡੀ ਕਿਸੇ ਹਾਊਸ ਦੇ ਵਿੱਚ ਹੈਗਾ, ਦੂਸਰੇ ਹਾਊਸ ਦੇ ਵਿੱਚ ਉਹ, ਠੀਕ ਹੈ, ਇਲੈਕਟ ਹੁੰਦਾ ਆ ਫਿਰ, ਅਤੇ ਉਹ ਕੀ ਹੋ ਜਾਏਗੀ, ਉਹਦੀ ਪਿਛਲੀ ਸੀਟ ਵੇਕੈਂਟ ਹੋ ਜਾਏਗੀ, ਹਿਜ਼ ਸੀਟ ਆਫ ਦ ਫਸਟ ਹਾਊਸ ਬਿਕਮ ਵੇਕੈਂਟ। ਨੈਕਸਟ ਦੇਖੋ, ਅ ਪਰਸਨ ਇਫ ਅ ਪਰਸਨ ਇਜ਼ ਇਲੈਕਟਡ ਟੂ 2 ਸੀਟ ਇਨ ਦਾ ਹਾਊਸ, ਇੱਕੋ ਹਾਊਸ ਦੇ ਵਿੱਚ 2 ਸੀਟਾਂ, ਲਾਈਕ ਲੋਕ ਸਭਾ ਦੇ ਵਿੱਚ ਕਿਸੇ ਹੋਰ ਇੱਧਰੋਂ ਵੀ ਇੱਕ ਸੀਟ ਮਿਲ ਗਈ, ਉਹਨੂੰ ਇੱਧਰੋਂ ਇੱਕ ਸੀਟ ਮਿਲ ਗਈ, ਲੈਟਸ ਸੇ 2। ਠੀਕ ਹੈ, ਹੀ ਸ਼ੁੱਡ ਐਕਸਰਸਾਈਜ਼ ਹਿਜ਼ ਆਪਸ਼ਨ ਫॉर द वन, ਅਦਰਵਾਈਜ਼ ਬੋਥ ਸੀਟ ਬਿਕਮ ਵੇਕੈਂਟ। ਉਹਨੂੰ ਇੱਕ ਆਪਸ਼ਨ ਉਹ 'ਚੋਂ ਸਿਲੈਕਟ ਕਰਨਾ ਪੈਣਾ, ਨਹੀਂ ਤਾਂ ਉਹਦੀਆਂ ਦੋਨੇ ਸੀਟਸ ਕੀ ਹੋ ਜਾਣਗੀਆਂ, ਖਾਲੀ। ਠੀਕ ਹੈ, ਸੋ ਇਹ ਵੀ ਕਲੀਅਰ ਹੋ ਗਿਆ। ਸਿਮਿਲਰਲੀ ਅ ਪਰਸਨ ਕੈਨ ਨਾਟ ਬੀ ਮੈਂਬਰ ਆਫ ਬੋਥ ਹਾਊਸ ਆਫ ਦ ਪਾਰਲੀਮੈਂਟ ਐਂਡ ਦ ਸਟੇਟ ਲੈਜਿਸਲੇਟਰ ਐਟ ਦ ਸੇਮ ਟਾਈਮ। ਇਹ ਵੀ ਦੇਖੋ, ਇੱਧਰ ਉਹ ਕੀ ਮੈਂਬਰ ਆਫ ਪਾਰਲੀਮੈਂਟ ਵੀ ਹੈ, ਉੱਧਰ ਉਹ ਸਟੇਟ ਲੈਜਿਸਲੇਟਰ ਦੇ ਵਿੱਚ ਵੀ ਮੈਂਬਰ ਹੈ। ਜੇ ਦੋਨੇ ਪਾਸੇ ਹੈ ਤਾਂ ਹੁੰਦਾ ਕੀ ਆ, ਦੋਨੇ ਪਾਸੇ ਇੱਕ ਟਾਈਮ 'ਤੇ ਵੈਸੇ ਤਾਂ ਹੋ ਨਹੀਂ ਸਕਦਾ, ਅਤੇ ਜੇ ਉਹ ਇਲੈਕਟਡ ਹੈਗਾ, ਹਿਜ਼ ਸੀਟ ਇਨ ਦਾ ਪਾਰਲੀਮੈਂਟ ਬਿਕਮ ਵੇਕੈਂਟ, ਉਹਦੀ ਪਾਰਲੀਮੈਂਟ ਦੀ ਸੀਟ ਕੀ ਹੋ ਜਾਏਗੀ, ਕੈਂਸਲ ਹੋ ਜਾਏਗੀ। ਇਫ ਹੀ ਡਜ਼ ਨਾਟ ਰਿਜ਼ਾਈਨ ਹਿਜ਼ ਸੀਟ ਇਨ ਦਾ ਸਟੇਟ ਲੈਜਿਸਲੇਟਿਵ ਵਿਦ ਇਨ ਦਾ 14 days, ਉਹ ਜੇ ਸਟੇਟ ਲੈਜਿਸਲੇਚਰ, ਠੀਕ ਆ, ਜੋ ਸਟੇਟ ਦੇ ਵਿੱਚ ਹੈ, ਸੋ ਜੇ ਉੱਥੋਂ ਉਹ 14 ਦਿਨ ਦੇ ਅੰਦਰ ਅੰਦਰ ਰਿਜ਼ਾਈਨ ਨਹੀਂ ਦਿੰਦਾ ਤਾਂ ਉਹਦੀ ਪਾਰਲੀਮੈਂਟ ਦੀ ਸੀਟ ਆਲਰੇਡੀ ਕੀ ਹੋ ਜਾਏਗੀ, ਕੈਂਸਲ ਹੋ ਜਾਏਗੀ। ਸੋ ਅਗੇਨ ਉਹੀ ਗੱਲ ਆ ਕਿ ਇੱਕ ਬੰਦਾ ਇੱਕ ਟਾਈਮ 'ਤੇ ਪਾਰਲੀਮੈਂਟ ਜਾਂ ਸਟੇਟ ਲੈਜਿਸਲੇਟਰ ਦੋਨਾਂ ਦੇ ਵਿੱਚ ਮੈਂਬਰ ਨਹੀਂ ਹੋ ਸਕਦਾ। ਇਨ ਕੇਸ ਉਹ ਦੋਨੇ ਪਾਸੇ ਇਲੈਕਟ ਹੁੰਦਾ ਤਾਂ ਉਹਨੂੰ 14 day ਦੇ ਅੰਦਰ ਅੰਦਰ ਇੱਧਰ ਰਿਜ਼ਾਈਨ ਦੇਣਾ ਪੈਣਾ ਆ, ਜੇ ਨਹੀਂ ਦੇਗਾ ਤਾਂ ਉਹਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਸੀਟ ਆ ਐਜ਼ ਅ ਮੈਂਬਰ ਆਫ ਪਾਰਲੀਮੈਂਟ MP ਦੀ ਸੀਟ ਕੀ ਹੋ ਜਾਏਗੀ, ਵੇਕੈਂਟ ਹੋ ਜਾਏਗੀ। ਕਲੀਅਰ ਆ, ਆਈ ਹੋਪ ਤੁਹਾਨੂੰ ਇਹ ਪੁਆਇੰਟਸ ਕਲੀਅਰ ਹੋ ਗਏ ਹੋਣਗੇ। ਇੱਕ ਵਾਰ ਰਿਪੀਟ ਕਰਾ ਦਿੰਦੀ ਮੈਂ ਕਿ ਪਹਿਲਾ ਕੇਸ ਇਹ ਆ ਕਿ ਜੇ ਇੱਕ ਇਨਸਾਨ ਮਤਲਬ ਇੱਕ ਪਰਸਨ ਇਲੈਕਟ ਹੁੰਦਾ ਦੋਨੇ ਹਾਊਸਿਸ ਲਈ, ਪਾਰਲੀਮੈਂਟ ਦੇ ਦੋਨੇ ਹਾਊਸ, 2 ਹਾਊਸ ਹੁੰਦੇ, ਲੋਕ ਸਭਾ ਰਾਜ ਸਭਾ,
ਦੈਨ ਹੀ ਸ਼ੁੱਡ ਇੰਟੀਮੇਟ ਵਿਦਿਨ ਦ 10 ਦਿਨ ਦੇ ਵਿੱਚ ਉਹਨੂੰ ਦੱਸਣਾ ਪੈਣਾ ਕਿ ਉਹਨੇ ਕਿਸ ਹਾਊਸ ਦਾ ਮੈਂਬਰ ਬਣਨਾ, ਅਦਰਵਾਈਜ਼ ਉਹਦੀ ਸੀਟ ਕੀ ਹੋ ਜਾਏਗੀ, ਵੇਕੈਂਟ ਹੋ ਜਾਏਗੀ। ਠੀਕ ਹੈ, ਰਾਜ ਸਭਾ ਦੀ ਸੀਟ ਉਹਦੀ ਵੇਕੈਂਟ ਹੋ ਜਾਏਗੀ। ਦੂਸਰਾ ਉਹਨੇ ਦੱਸਿਆ ਇਫ ਅ ਸਿਟਿੰਗ ਮੈਂਬਰ ਆਲਰੇਡੀ ਇੱਕ ਮੈਂਬਰ ਸੀ ਇੱਕ ਹਾਊਸ ਦਾ, ਉਹ ਆਲਸੋ ਇਲੈਕਟ ਹੋ ਜਾਂਦਾ ਦੂਸਰੇ ਹਾਊਸ ਲਈ ਵੀ, ਤਾਂ ਉਹਦੀ ਜਿਹੜੀ ਸੀਟ ਆ ਪਹਿਲੇ ਹਾਊਸ ਜਿੱਥੇ ਉਹ ਆਲਰੇਡੀ ਇਲੈਕਟਡ ਸੀ ਉਹ ਖਾਲੀ ਹੋ ਜਾਏਗੀ, ਕਿਉਂਕਿ ਉਹ ਕਿਤੇ ਨਾ ਕਿਤੇ ਸ਼ੋਅ ਕਰਦਾ ਪਿਆ ਕਿ ਉੱਥੇ ਇੰਟਰਸਟਡ ਨਹੀਂ ਸੀ, ਇਸ ਲਈ ਉਹ ਦੂਸਰੇ ਪਾਸੇ ਗਿਆ। ਤੀਸਰਾ ਸੀ ਕਿ ਇੱਕ ਜਿਹੜਾ ਪਰਸਨ ਨਾ ਉਹ ਇਲੈਕਟ ਹੋ ਗਿਆ 2 ਸੀਟਸ ਇਨ ਹਾਊਸ, ਇੱਕੋ ਹਾਊਸ ਦੀਆਂ 2 ਸੀਟ ਲਾਈਕ ਲੋਕ ਸਭਾ ਦੀਆਂ ਦੋਨੇ ਸੀਟਸ ਲਈ ਇਲੈਕਟ ਹੋ ਗਿਆ। ਠੀਕ ਹੈ, ਦੈਨ ਹੀ ਸ਼ੁੱਡ ਐਕਸਰਸਾਈਜ਼ ਹਿਜ਼ ਆਪਸ਼ਨ ਫॉर वन, ਉਹਨੂੰ ਇੱਕ ਆਪਸ਼ਨ ਲੈਣਾ ਪੈਣਾ, ਨਹੀਂ ਤਾਂ ਉਹਦੀਆਂ ਦੋਨੇ ਸੀਟਸ ਖਾਲੀ ਹੋ ਜਾਣਗੀਆਂ। ਸਿਮਿਲਰਲੀ ਉਹਨੇ ਕਿਹਾ ਇੱਕ ਪਰਸਨ ਨਾ ਕੈਨ ਨਾਟ ਬੀ ਮੈਂਬਰ ਆਫ ਬੋਥ ਪਾਰਲੀਮੈਂਟ ਤੇ ਇੱਧਰੋਂ ਸਟੇਟ ਲੈਜਿਸਲੇਚਰ। ਠੀਕ ਹੈ, ਆਪਣੀ ਸਟੇਟ ਤੇ ਉੱਧਰੋਂ MP, ਇੱਦਾਂ ਦੋਨੇ ਪਾਸੇ ਉਹ ਸਿਲੈਕਟ ਨਹੀਂ ਹੋ ਸਕਦਾ। ਜੇ ਇੱਦਾਂ ਇਲੈਕਟਡ ਹੈ ਉਹ ਤੇ ਉਹਨੂੰ ਮਤਲਬ ਪਹਿਲੀ ਗੱਲ ਤਾਂ ਦੋਨੇ ਪਾਸੇ ਮੈਂਬਰ ਰਹਿ ਨਹੀਂ ਸਕਦਾ, ਮਤਲਬ ਕੈਨ ਨਾਟ ਬੀ ਮੈਂਬਰ ਆਫ ਬੋਥ ਪਾਰਲੀਮੈਂਟ ਐਂਡ ਸਟੇਟ ਲੈਜਿਸਲੇਚਰ ਐਟ ਅ ਸੇਮ ਟਾਈਮ, ਇੱਕੋ ਟਾਈਮ 'ਤੇ। ਜੇ ਉਹ ਸੋ ਇਲੈਕਟਡ ਹੈ ਦੈਨ ਉਹਨੂੰ 14 ਡੇ ਦੇ ਵਿੱਚ ਉੱਥੋਂ ਰਿਜ਼ਾਈਨ ਕਰਨਾ ਪੈਣਾ ਸਟੇਟ ਲੈਜਿਸਲੇਚਰ, ਜੋ ਨਹੀਂ ਰਿਜ਼ਾਈਨ ਕਰਦਾ ਤੇ ਉਹਦੀ ਐਜ਼ ਅ ਮੈਂਬਰ ਆਫ ਪਾਰਲੀਮੈਂਟ ਸੀਟ ਜਿਹੜੀ ਆ ਉਹ ਵੇਕੈਂਟ ਹੋ ਜਾਏਗੀ। ਠੀਕ, ਉੱਥੋਂ ਨੂੰ ਮਤਲਬ ਨਿਕਾਲ ਦਿੱਤਾ ਜਾਏਗਾ। ਨੈਕਸਟ ਹੈਗਾ ਡਿਸਕੁਆਲੀਫਿਕੇਸ਼ਨ। ਇਫ ਏ ਮੈਂਬਰ ਆਫ ਪਾਰਲੀਮੈਂਟ ਬਿਕਮ ਸਬਜੈਕਟਡ ਟੂ ਐਨੀ ਡਿਸਕੁਆਲੀਫਿਕੇਸ਼ਨ, ਮੈਂ ਪੜ੍ਹਾਈਆਂ ਸੀ ਨਾ ਤੁਹਾਨੂੰ ਸਾਰੀਆਂ ਡਿਸਕੁਆਲੀਫਿਕੇਸ਼ਨ ਕਿਸ ਆਧਾਰ 'ਤੇ ਜਿਹੜਾ ਉਹ ਡਿਸਕੁਆਲੀਫਾਈ ਕੀਤਾ ਜਾ ਸਕਦਾ ਹੈ। ਠੀਕ ਹੈ, ਇਫ ਅ ਮੈਂਬਰ ਆਫ ਪਾਰਲੀਮੈਂਟ ਬਿਕਮ ਸਬਜੈਕਟਡ ਟੂ ਐਨੀ ਡਿਸਕੁਆਲੀਫਿਕੇਸ਼ਨ ਸਪੈਸੀਫਾਈਡ ਬਾਈ ਦਾ ਕੌਂਸਟੀਟਿਊਸ਼ਨ, ਜਿਹੜੇ ਸੰਵਿਧਾਨ 'ਚ ਲਿਖੀਆਂ, ਹਿਸ ਸੀਟ ਬਿਕਮ ਵੇਕੈਂਟ, ਜੋ ਡਿਸਕੁਆਲੀਫਾਈ ਹੈਗਾ ਤੇ ਉਹਦੀ ਸੀਟ ਉੱਥੇ ਖਾਲੀ ਹੋ ਜਾਏਗੀ। ਹੇਅਰ ਦਾ ਲਿਸਟ ਆਫ ਡਿਸਕੁਆਲੀਫਿਕੇਸ਼ਨ ਆਲਸੋ ਇਨਕਲੂਡਡ ਇਨ ਦਾ ਡਿਸਕੁਆਲੀਫਿਕੇਸ਼ਨ ਔਨ ਦਾ ਗਰਾਊਂਡ ਆਫ ਡਿਫੈਕਸ਼ਨ, ਮੈਂ ਡਿਫੈਕਸ਼ਨ ਦੇ ਆਧਾਰ 'ਤੇ ਵੀ ਦੱਸਿਆ ਸੀ, ਦਲ ਬਦਲਣ ਦੇ ਆਧਾਰ 'ਤੇ, ਅੰਡਰ ਦਾ ਪ੍ਰੋਵੀਜ਼ਨ ਆਫ 10th ਸ਼ਡਿਊਲ, ਜੋ ਮੈਂ ਤੁਹਾਨੂੰ ਆਲਰੇਡੀ ਕੱਲ੍ਹ ਦੀ ਵੀਡੀਓ 'ਚ ਚੰਗੀ ਤਰ੍ਹਾਂ ਸਮਝਾ ਚੁੱਕੀ ਹਾਂ ਕਿ ਕਿੱਦਾਂ ਡਿਸਕੁਆਲੀਫਿਕੇਸ਼ਨ ਦੀਆਂ, ਜੋ ਮਤਲਬ ਬੰਦਾ ਡਿਸਕੁਆਲੀਫਾਈ ਘੋਸ਼ਿਤ ਹੋ ਜਾਂਦਾ ਆ। ਠੀਕ ਹੈ, ਕਿ ਹਾਂ ਇਹ ਬੰਦਾ ਇਹ ਵਾਲੀਆਂ ਜੋ ਉਹਦੇ ਵਿੱਚ ਸਾਰੀਆਂ ਹਦਾਇਤਾਂ ਲਿਖੀਆਂ ਸੀ ਉਹਦੇ ਅਕੋਰਡਿੰਗ ਕਿ ਉਹ ਡਿਸਕੁਆਲੀਫਾਈ ਹੈਗਾ ਤਾਂ ਵੀ ਉਹਦੀ ਸੀਟ ਕੀ ਹੋ ਜਾਏਗੀ, ਉੱਥੋਂ ਖਾਲੀ ਹੋ ਜਾਏਗੀ। ਜਿੱਦਾਂ ਅਨਸਾਊਂਡ ਮਾਈਂਡ ਕੀਤਾ ਸੀ ਨਾ, ਨਾਟ ਅ ਸਿਟੀਜ਼ਨ ਆਫ ਇੰਡੀਆ ਜੇ ਬੰਦਾ ਹੈ ਨਹੀਂਗਾ, ਉਹਦੇ ਕੋਲ ਕੋਈ ਆਫਿਸ ਆਫ ਪ੍ਰੋਫਿਟ ਹੈਗਾ, ਉਹ ਸਾਰੇ ਆਧਾਰ 'ਤੇ ਜੇ ਕੋਈ ਵੀ ਉਹਦਾ ਜਿਹੜਾ ਉਹ ਪ੍ਰੂਵ ਹੋ ਜਾਂਦਾ ਹੈ ਤੇ ਫਿਰ ਉਹ ਡਿਸਕੁਆਲੀਫਾਈ ਹੋ ਜਾਏਗਾ, ਉਹਦੀ ਸੀਟ ਵੇਕੈਂਟ ਹੋ ਜਾਏਗੀ। ਰੈਜ਼ੀਗਨੇਸ਼ਨ, ਜੇ ਮੰਨ ਲਓ ਇਹ ਕੋਈ ਮੈਂਬਰ ਆ, ਅ ਮੈਂਬਰ ਆਫ a member may resign his seat by writing the chairman of Rajya Sabha or speaker of Lok Sabha as the case may be, the seat fall vacant when the resignation is accepted. However, the chairman speaker may not accept the resignation if he is satisfied, then it is not voluntary or genuine. ਦੇਖੋ ਉਹਨੇ ਇਹ ਵਿੱਚ ਗੱਲ ਕਹੀ ਆ ਕਿ ਜੇ ਉਹ ਆਪਣਾ ਰਿਜ਼ਾਈਨ ਦੇ ਦਿੰਦੇ ਆ, ਫੋਰ ਐਗਜ਼ਾਮਪਲ ਕੋਈ ਰਿਜ਼ਾਈਨ ਦੇਣਾ ਚਾਹੁੰਦਾ, ਉਹ ਨਹੀਂ ਰਹਿਣਾ ਚਾਹੁੰਦਾ ਉੱਥੇ ਮੈਂਬਰ ਆਫ ਪਾਰਲੀਮੈਂਟ, ਤੇ ਜੇ ਤਾਂ ਉਹ ਰਾਜ ਸਭਾ ਦਾ ਮੈਂਬਰ ਆ, ਉਹ ਆਪਣਾ ਰਿਜ਼ਾਈਨ ਕਿਹਨੂੰ ਦੇਗਾ, ਚੇਅਰਮੈਨ ਨੂੰ, ਉੱਥੇ ਦੇ ਚੇਅਰਮੈਨ ਨੂੰ। ਤੇ ਜੇ ਲੋਕ ਸਭਾ ਦਾ ਫਿਰ ਉਹ ਲੋਕ ਸਭਾ ਦੇ ਸਪੀਕਰ ਨੂੰ ਆਪਣਾ ਰਿਜ਼ਾਈਨ ਦੇਗਾ, ਜੋ ਅਸੈਪਟਡ ਕਰ ਲੈਂਦਾ ਆ ਤੇ ਉਹਦੀ ਸੀਟ ਖਾਲੀ ਹੋ ਜਾਏਗੀ, ਜੋ ਐਕਸੈਪਟ ਨਹੀਂ ਕਰਦਾ ਦੈਨ ਨਹੀਂ। ਠੀਕ ਹੈ, ਸੋ ਰਿਜੈਕਟ ਵੀ ਕਰ ਸਕਦੇ ਉਹਦਾ ਰੈਜ਼ਿਗਨੇਸ਼ਨ। ਨੈਕਸਟ ਐਬਸੈਂਸ, ਹੁਣ ਕੋਈ ਦੇਖੋ, ਅ ਹਾਊਸ ਕੈਨ ਡਿਕਲੇਅਰ ਦਾ ਸੀਟ ਆਫ ਮੈਂਬਰ ਵੇਕੈਂਟ ਇਫ ਹੀ ਇਜ਼ ਐਬਸੈਂਟ ਫਰੋਮ all his meetings for a period of 60 days without its permission. In computing the period of 60 days, no account shall be taken of any period during which the house is prorogued or adjourned or for more than 4 consecutive days. ਉਹਨੇ ਵਿੱਚ ਇਹ ਗੱਲ ਦੱਸੀ ਆ ਕਿ ਜੇ ਕੋਈ ਵੀ ਇਨਸਾਨ, ਠੀਕ ਹੈ, ਮਤਲਬ ਕੋਈ ਮੈਂਬਰ ਆਫ ਪਾਰਲੀਮੈਂਟ ਆ, ਉਹ 60 ਡੇਜ਼ ਤੋਂ ਮਤਲਬ 60 ਦਿਨਾਂ ਤੋਂ ਬਿਨਾਂ ਪਰਮਿਸ਼ਨ ਤੋਂ ਕਿਸੇ ਵੀ ਮੀਟਿੰਗ 'ਚ ਨਹੀਂ ਆ ਰਿਹਾ, ਐਬਸੈਂਟ ਹੈਗਾ, ਠੀਕ ਹੈ, 60 ਡੇ ਦੇ ਵਿੱਚੋਂ, ਠੀਕ ਹੈ, ਪੀਰੀਅਡ ਆਫ 60 ਡੇ, ਤਾਂ ਉਹਨੂੰ ਕੀ ਕਰ ਦਿੱਤਾ ਗਿਆ, ਉਹਦੀ ਸੀਟ ਉੱਥੇ ਕੀ ਕੀਤੀ ਜਾਏਗੀ, ਖਾਲੀ ਕਰ ਦਿੱਤੀ ਜਾਏਗੀ। ਨੈਕਸਟ ਕੁਛ ਹੋਰ ਕੇਸ ਹੈਗੇ ਆ, ਹੋਰ ਕੀ ਤਰੀਕੇ ਜਿਹਨਾਂ ਨਾਲ ਇਹ ਸੀਟ ਵੇਕੈਂਟ ਹੋ ਸਕਦੀ ਆ। ਪਹਿਲਾ ਤਰੀਕਾ, ਇਫ ਹਿਜ਼ ਇਲੈਕਸ਼ਨ ਇਜ਼ ਡਿਕਲੇਅਰਡ ਵਾਈਡ ਬਾਈ ਦਾ ਕੋਰਟ, ਮਤਲਬ ਇਲੈਕਸ਼ਨ ਹੀ ਨਹੀਂ ਸਹੀ ਸੀਗੇ, ਠੀਕ ਹੈ, ਉੱਥੇ ਕੋਈ ਘਪਲਾ ਹੋਇਆ ਸੀ ਉਹਨਾਂ ਇਲੈਕਸ਼ਨ ਵਗੈਰਾ 'ਚ, ਉਹ ਇਲੈਕਸ਼ਨ ਸਹੀ ਤਰ੍ਹਾਂ ਨਹੀਂ ਹੋਏ, ਵਾਈਡ ਡਿਕਲੇਅਰ ਹੋ ਗਏ ਬਾਈ ਦਾ ਕੋਰਟ, ਮਤਲਬ ਕੋਰਟ ਡਿਕਲੇਅਰ ਕਰਦਾ ਕਿ ਇਲੈਕਸ਼ਨ ਨਹੀਂ ਸਹੀ ਹੋਏ, ਤਾਂ ਵੀ ਉਹ ਸੀਟ ਵੇਕੈਂਟ ਹੋ ਜਾਏਗੀ। ਹੀ ਇਜ਼ ਐਕਸਪੈਲਡ ਬਾਈ ਦਾ ਹਾਊਸ, ਹਾਊਸ ਨੇ ਉਹਨੂੰ ਐਕਸਪੈਲਡ ਕਰ ਦਿੱਤਾ। ਹੀ ਇਜ਼ ਇਲੈਕਟਡ ਟੂ ਦਾ ਆਫਿਸ ਆਫ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ, ਉਹ ਬੰਦਾ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਬਣਨ ਲਈ ਖੜਾ ਹੋ ਗਿਆ, ਠੀਕ ਆ, ਤਾਂ ਵੀ ਉਹਦੀ ਉੱਧਰੋਂ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਖਾਲੀ, ਮਤਲਬ ਰਾਜ ਸਭਾ 'ਚ ਕੋਈ ਮੈਂਬਰ ਸੀ, ਠੀਕ ਆ, ਉਹ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਲਈ ਖੜਾ ਹੋ ਗਿਆ, ਤਾਂ ਉਹਦੀ ਇੱਧਰੋਂ ਸੀਟ ਖਾਲੀ ਹੋ ਜਾਏਗੀ। ਇਫ ਹੀ ਇਜ਼ ਅਪੋਇੰਟਡ ਟੂ ਦਾ ਆਫਿਸ ਆਫ ਗਵਰਨਰ, ਗਵਰਨਰ ਲਈ ਉਹ ਇਲੈਕਸ਼ਨ ਲੜਦਾ ਪਿਆ, ਤਾਂ ਵੀ ਉਹਦੀ ਇੱਧਰੋਂ ਸੀਟ ਕੀ ਹੋ ਜਾਏਗੀ, ਵੇਕੈਂਟ ਹੋ ਜਾਏਗੀ। ਠੀਕ ਹੈ, ਸੋ ਇਫ ਅ ਡਿਸਕੁਆਲੀਫਾਈਡ person is elected to parliament, the constitution laid down no procedure to declare the election void. ਕਹਿੰਦਾ ਜਿਹੜਾ ਡਿਸਕੁਆਲੀਫਾਈਡ ਪਰਸਨ ਹੈ, ਜਿਹੜਾ ਬੰਦਾ ਡਿਸਕੁਆਲੀਫਾਈਡ ਹੋ ਗਿਆ ਇਲੈਕਸ਼ਨ ਆਫ ਪਾਰਲੀਮੈਂਟ ਲਈ, ਤਾਂ ਕੌਨਸਟੀਟਿਊਸ਼ਨ ਦੇ ਵਿੱਚ ਕੋਈ ਵੀ ਇੱਕ ਪ੍ਰੋਸੀਜਰ ਨਹੀਂ ਹੈਗਾ ਕਿ ਇਹ ਡਿਕਲੇਅਰ ਇਲੈਕਸ਼ਨ ਵੋਇਡ ਡਿਕਲੇਅਰ ਕਰਨ ਦਾ। ਇਹ ਮੈਟਰ ਕਿਹਨੂੰ ਦਿੱਤਾ ਗਿਆ, ਬਾਈ ਦਾ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ 1951, ਜਿਹੜੇ ਉਹਨਾਂ ਨੇ ਕੀ ਇਨੇਬਲ ਕੀਤਾ ਕਿ ਜਿਹੜਾ ਹਾਈ ਕੋਰਟ ਆ ਉਹ ਡਿਕਲੇਅਰ ਕਰੇਗਾ ਇਲੈਕਸ਼ਨ ਵੋਇਡ ਹੈਗਾ ਆ,
ठीक है। इफ डिसकुआलीफाइड कैंਡੀਡੇਟ इज़ इलैक्टेड मतलब डिसकुआलीफाइड बंदे ਨੂੰ ਇਲੈਕਟ ਕਰ ਲਿਆ ਗਿਆ, ठीक है। तो हुण ਜਿਹੜੇ इलैक्शन वॉइड हैगे आ नहीं हैगे आ उस कौन डिक्लेयर करता है, मतलब रिप्रजेंटेशन ऑफ पीपल एक्ट ने दस्सिया कि हाई कोर्ट डिक्लेयर करेगा। बट ਜਿਹੜਾ ਜਿਹੜੀ एग्रीव्ड पार्टी हैगी आ मतलब ਜਿਹਨੂੰ डिसकुआलीफाई वगैरह किया गया वो अपील कर सकती सुप्रीम कोर्ट ਦੇ ਵਿੱਚ अगेंस्ट द ऑर्डर ऑफ हाई कोर्ट, ठीक है। कि सानू ये ऑर्डर दिता गया ਉਹਦੇ अकॉर्डिंग वो अगे सुप्रीम कोर्ट मूव कर सकती वो वाली पार्टी, क्लियर। उस तो बाद असीं गल करते हैं ऑथ एंड अफर्मेशन ਜਿਹੜੀ ਉਹ ਸਹੁੰ ਚੱਕਦੇ ਆ, ठीक है, ਚੱਕਦੇ ਆ ਉਹਦੇ ਅੱਗੇ ਉਹਦੇ ਬਾਰੇ ਆਪਾਂ ਦੇਖਾਂਗੇ, ठीक है। Oath and affirm every member of the either house of parliament before taking his seat in the house has to make the subscribe to an oath or affirmation before the president or some person appointed by him for this purpose। ਉਹ ਸਹੁੰ ਲੈਂਦੇ ਆ ਕਿ ਸਾਹਮਣੇ ਪ੍ਰੈਜ਼ੀਡੈਂਟ ਜਾਂ ਉਹ ਜਿਹੜਾ ਬੰਦਾ ਕੋਈ ਅਪੋਇੰਟ ਕੀਤਾ ਪ੍ਰੈਜ਼ੀਡੈਂਟ ਨੇ ਕਿ ਇਹਦੇ ਸਾਹਮਣੇ ਤੁਸੀਂ ਸਹੁੰ ਲੈਣੀ ਹੈ, ਸਹੁੰ ਚੱਕਣੀ ਆ, ਠੀਕ ਆ। ਉਹ ਹੁੰਦੀ ਔਥ ਐਂਡ ਅਫਰਮੇਸ਼ਨ। ਸੋ ਇਹ ਕਈ ਵਾਰੀ ਪੁੱਛ ਲੈਂਦੇ ਆ ਕਿ ਇਹਦੇ ਸਾਹਮਣੇ ਲਈ ਜਾਂਦੀ ਹੈ ਔਥ ਐਂਡ ਅਫਰਮੇਸ਼ਨ ਬਿਫੋਰ ਦਾ ਪ੍ਰੈਜ਼ੀਡੈਂਟ ਜਾਂ ਕੋਈ ਪਰਸਨ ਅਪੋਇੰਟ ਹੋਇਆ ਬਾਏ ਹਿਮ, ਠੀਕ ਹੈ। ਹੁਣ ਇਹਦੇ ਵਿੱਚ ਹੁੰਦਾ ਕੀ ਹੈ, ਪਹਿਲਾਂ ਉਹੀ ਪੜ੍ਹੀ ਸੀ, ਟੂ ਬੀਅਰ ਦਾ ਟਰੂ ਫੇਥ ਰੱਖਣਗੇ, ਐਲੀਗੈਂਸ ਰੱਖਣਗੇ ਕੌਨਸਟੀਟਿਊਸ਼ਨ ਆਫ ਇੰਡੀਆ ਲਈ, ਅਪ ਹੋਲਡ ਕਰਨਗੇ ਸੋਵਰਨਿਟੀ ਅਤੇ ਇੰਟੀਗ੍ਰਿਟੀ ਜਿਹੜੀ ਇੰਡੀਆ ਦੀ, ਅਤੇ ਫੇਥਫੁਲੀ ਡਿਸਚਾਰਜ ਕਰਨਗੇ ਆਪਣੀ ਡਿਊਟੀਆਂ ਅਪੋਨ ਵਿਚ ਹੀ ਇਜ਼ ਅਬਾਊਟ ਟੂ ਐਂਟਰ। ਉਹ ਆਪਣੀ ਡਿਊਟੀ ਦੇ ਪ੍ਰਤੀ ਵੀ ਫੇਥਫੁਲ ਰਹਿਣਗੇ, ਠੀਕ ਹੈ। ਸੋ ਅਨਲੈਸ ਅ ਮੈਂਬਰ ਟੇਕ ਦਾ ਔਥ, ਜਦੋਂ ਤੱਕ ਉਹ ਔਥ ਨਹੀਂ ਲੈਂਦੇ ਹੀ ਕੈਨ ਨੋਟ ਵੋਟ ਐਂਡ ਪਾਰਟੀਸਪੇਟ ਇਨ ਦਾ ਪ੍ਰੋਸੀਡਿੰਗ ਆਫ ਹਾਊਸ। ਸੋ ਹਾਊਸ 'ਚ ਨਾ ਵੋਟ ਕਰ ਸਕਦੇ ਆ ਨਾ ਪਾਰਟੀਸਪੇਟ ਕਰ ਸਕਦੇ ਆ, ਐਂਡ ਡਜ਼ ਨੋਟ ਬਿਕਮ ਐਲੀਜੀਬਲ ਟੂ ਦਾ ਪਾਰਲੀਮੈਂਟਰੀ ਪ੍ਰਿਵਿਲੇਜਸ ਐਂਡ ਇਮਿਊਨਿਟੀਜ਼, ਜੋ ਵੀ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਉਹ ਸਾਰੀਆਂ ਲਈ ਵੀ ਐਲੀਜੀਬਲ ਨਹੀਂ ਹੁੰਦੇ। ਅ ਪਰਸਨ ਲਾਈਏਬਲ ਟੂ ਪੈਨਲਟੀ ਆਫ ₹500 ਫॉर ਈਚ ਡੇ he sit or vote as a member in a house in the following condition। ਇੱਕ ਪਰਸਨ ਨੂੰ 500 ਰੁਪਏ ਰੋਜ਼ ਜੁਰਮਾਨਾ ਲੱਗੇਗਾ ਜੇ ਉਹ मतलब वोट करता एज अ मैंबर इन ए हाउस इन द फॉलोइंग कंडीशन। फर्स्ट, बिफोर टेकिंग एंड सबसक्राइबिंग टू एंड प्रिस्क्राइब्ड ऑथ एंड अफर्मेशन, लाइक उन्हें हद तक ऑथ ਲਈ नहीं एंड हाउस ਦੇ ਵਿੱਚ ਫਿਰ ਵੀ ਬੈਠ ਕੇ ਵੋਟ ਕਰਦਾ ਪਿਆ, ਫਿਰ ਉਹਨੂੰ ਰੋਜ਼ ਦਾ 500 ਰੁਪਏ ਜੁਰਮਾਨਾ ਲੱਗੇਗਾ। ਵੈਨ ਹੀ ਨੋ ਦੈਟ ਹੀ ਇਜ਼ ਨੋਟ ਕੁਆਲੀਫਾਈਡ, ਉਹਨੂੰ ਪਤਾ ਉਹ ਕੁਆਲੀਫਾਈਡ ਨਹੀਂ ਹੈਗਾ, ਠੀਕ ਹੈ, ਡਿਸਕੁਆਲੀਫਾਈਡ ਹੈਗਾ ਮੈਂਬਰਸ਼ਿਪ ਲਈ, ਫਿਰ ਵੀ ਉਹ ਵੋਟ ਕਰਦਾ ਪਿਆ, ਦੈਟ ਮੀਨਸ ਇਹ ਤਿੰਨ ਕੇਸ ਦੱਸਦੀ ਪਈ ਕਿਹੜੇ ਆ। ਪਹਿਲਾ ਤਾਂ ਉਹ ਆ ਕਿ ਉਹਨੇ ਔਥ ਨਹੀਂ ਹਜੇ ਤੱਕ ਸਹੁੰ ਨਹੀਂ ਚੱਕੀ ਹੈਗੀ। ਦੂਸਰਾ, ਉਹ ਕੁਆਲੀਫਾਈਡ ਨਹੀਂ ਹੈਗਾ। ਵੈਨ ਹੀ ਨੋ ਹੀ ਇਜ਼ ਪ੍ਰੋਹਿਬਿਟਡ ਫਰੋਮ ਸਿਟਿੰਗ, ਉਹਨੂੰ ਕਿਹਾ ਗਿਆ ਕਿ ਉਹ ਨਹੀਂ ਵੋਟ ਕਰੇਗਾ, ਠੀਕ ਆ, ਕੋਈ ਵੀ ਬਾਈ ਵਿਰਚੂ ਆਫ ਕੋਈ ਵੀ ਪਾਰਲੀਮੈਂਟ ਦੇ ਲਾਅ ਦੁਆਰਾ ਉਹਨੇ ਕਿਹਾ ਕਿ ਨਹੀਂ ਵੋਟ ਕਰੇਗਾ, ਫਿਰ ਵੀ ਉਹ ਜੇ ਵੋਟਿੰਗ ਕਰ ਰਿਹਾ, ਉੱਥੇ ਸਿਟਿੰਗ ਹੋ ਰਹੀ ਉਹਦੀ, ਹੀ ਸਿੱਟ ਵੀ ਬੈਠ ਵੀ ਰਿਹਾ ਅਤੇ ਵੋਟ ਕਰ ਰਿਹਾ ਮੈਂਬਰ ਐਜ਼ ਅ ਮੈਂਬਰ ਇਨ ਦਾ ਹਾਊਸ, ਦੈਟ ਮੀਨਸ ਉਹਨੂੰ ਡੇਲੀ ਦਾ ਫਿਰ 500 ਰੁਪਏ ਕੀ ਹੋਏਗਾ, ਫਾਈਨ ਲੱਗੇਗਾ, ਕਲੀਅਰ। ਸੈਲਰੀ ਐਂਡ ਅਲਾਊਂਸ, ਉਹਦੇ ਵਿੱਚ ਮੈਂ ਜੋ ਮੇਨ ਆ ਉਹੀ ਲਿਆ ਹੈਗਾ ਕਿ ਮੇਨ ਇਹਦੇ ਵਿੱਚ ਇਹੀ ਕੁਐਸਚਨ ਪੁੱਟ ਕੀਤਾ ਜਾਂਦਾ, ਬਾਕੀ ਸਾਰੀ ਸੈਲਰੀਜ਼ ਤਾਂ ਆਪਾਂ ਯਾਦ ਨਹੀਂ ਰੱਖਣੀਆਂ ਹੈਗੀਆਂ। ਕਿ ਮੈਂਬਰ ਆਫ ਆਈਦਰ ਹਾਊਸ ਆਫ ਪਾਰਲੀਮੈਂਟ ਆਰ ਐਂਟਾਈਟਲ ਟੂ ਰਿਸੀਵ ਸੱਚ ਸੈਲਰੀ ਐਂਡ ਅਲਾਊਂਸ, ਜਿੰਨੇ ਵੀ ਉੱਪਰ ਅਲਾਊਂਸਿਸ ਵਗੈਰਾ ਮਿਲਦੇ ਆ ਉਹ ਡਿਟਰਮਾਈਨ ਕਰਦਾ ਪਾਰਲੀਮੈਂਟ ਦੱਸਦੀ ਇਹਨਾਂ ਨੂੰ ਕਿੰਨੀ ਸੈਲਰੀ ਵਗੈਰਾ ਸਾਰਾ ਕੁਛ ਉਹੀ ਡਿਸਾਈਡ ਕਰਦੀ ਹੈ, ਠੀਕ ਹੈ। ਐਂਡ ਦੇਰ ਇਜ਼ ਨੋ ਪ੍ਰੋਵੀਜ਼ਨ ਆਫ ਪੈਨਸ਼ਨ ਇਨ ਦਾ ਕੌਨਸਟੀਟਿਊਸ਼ਨ। ਹਾਵਰ ਪਾਰਲੀਮੈਂਟ ਕੋਈ ਪ੍ਰੋਵੀਜ਼ਨ, ਸੰਵਿਧਾਨ 'ਚ ਤਾਂ ਇਹਨੇ ਪੈਨਸ਼ਨ ਦਾ ਕੋਈ ਪ੍ਰੋਵੀਜ਼ਨ ਨਹੀਂ ਸੀਗਾ, ਬਟ ਪਾਰਲੀਮੈਂਟ ਨੇ ਪ੍ਰੋਵਾਈਡ ਕੀਤਾ, ਠੀਕ ਹੈ, ਕਿ ਇਹਨਾਂ ਨੂੰ ਪੈਨਸ਼ਨ ਦਿੱਤੀ ਜਾਏਗੀ। ਸੋ ਕਲੀਅਰ, ਸੈਲਰੀ ਵਗੈਰਾ ਇੰਨੇ ਆ। ਅਲਾਊਂਸਿਸ ਜਿਹੜੇ ਉੱਪਰ ਹੋਰ ਉਹਨਾਂ ਨੂੰ ਭੱਤੇ ਵਗੈਰਾ ਮਿਲਦੇ ਆ ਉਹ ਸਾਰੀਆਂ ਜਿੰਨੇ ਵੀ ਸਭ ਕੁਛ ਮਿਲਦਾ ਹੈ ਉਹ ਨਾਲ ਅਲੱਗ ਤੋਂ ਹੋ ਜਾਂਦੇ ਆ। ਉਹ ਸਾਰੇ ਡਿਸਾਈਡ ਕੌਣ ਕਰੇਗਾ ਕਿ ਕੀ ਇਹਨਾਂ ਨੂੰ ਮਿਲੇਗਾ, ਉੱਪਰ ਕਿਹੜੇ ਖਰਚੇ ਮਿਲਣਗੇ, ਇਹ ਮਿਲੇਗਾ ਕਿੰਨੀ ਸੈਲਰੀ ਮਿਲੇਗੀ, ਉਹ ਸਾਰਾ ਪਾਰਲੀਮੈਂਟ ਡਿਸਾਈਡ ਕਰਦੀ ਆ। ਬਾਕੀ ਪੈਨਸ਼ਨ ਦਾ ਕੋਈ ਪ੍ਰੋਵੀਜ਼ਨ ਸੰਵਿਧਾਨ ਦੇ ਵਿੱਚ ਤਾਂ ਨਹੀਂ ਸੀ, ਬਟ ਪਾਰਲੀਮੈਂਟ ਨੇ ਪ੍ਰੋਵਾਈਡ ਕਰ ਦਿੱਤਾ, ਕਲੀਅਰ। ਸੋ ਇਹ ਇੰਨਾ ਸਾਰਾ ਕਾਫੀ ਸਾਰਾ ਇੰਪੋਰਟੈਂਟ ਸੀ, ਇਹ ਸਭ ਨੋਟਸ ਤੁਸੀਂ ਬਣਾ ਲੈਣਾ ਇੱਕ ਸਿੰਪਲ ਲੈਂਗੁਏਜ ਦੇ ਵਿੱਚ। ਜੇ ਵੀਡੀਓ ਪਸੰਦ ਆਈ ਲਾਈਕ ਐਂਡ ਕਮੈਂਟ ਕਰਕੇ ਦੱਸਣਾ। ਥੈਂਕਸ ਫॉर ਵਾਚਿੰਗ ਦਾ ਵੀਡੀਓ।